ਰਾਜ ਸਭਾ 'ਚ ਵੀ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ। ਵਿਰੋਧੀ ਧਿਰ ਦੇ ਵਾਕਆਊਟ ਵਿਚਾਲੇ ਕੀਤਾ ਗਿਆ ਪਾਸ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਬਣੇਗਾ ਕਾਨੂੰਨ। ਬਿੱਲ ਪਾਸ ਹੋਣ ਤੇ ਪੀਐਮ ਨੇ ਜਾਰੀ ਕੀਤੀ ਵੀਡੀਓ। ਬੋਲੇ ਹੁਣ ਬਖਸ਼ੇ ਨਹੀਂ ਜਾਣਗੇ ਪੇਪਰ ਲੀਕ ਮਾਫੀਆ। ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ। ਕਾਮਨਵੈਲਥ ਖੇਡਾਂ 'ਚ ਭਾਰਤ ਦੇ ਨਾਮ ਇੱਕ ਹੋਰ ਮੈਡਲ। ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ 'ਚ ਜਿੱਤਿਆ ਸਿਲਵਰ ਮੈਡਲ। 110 ਤੋਂ ਵੱਧ ਭਾਰ ਵਰਗ 'ਚ ਚੁੱਕਿਆ 388 ਕਿਲੋਗ੍ਰਾਮ ਭਾਰ। ਕਾਂਗਰਸ ਦੇ ਕਲੇਸ਼ ਵਿਚਾਲੇ ਮੁੜ ਪੰਜਾਬ ਦੌਰੇ ਤੇ ਆਏ ਭੁਪੇਸ਼ ਬਘੇਲ। 10 ਦਿਨਾਂ ਦੀ ਫੇਰੀ ਦੌਰਾਨ 16 ਜ਼ਿਲ੍ਹਿਆਂ 'ਚ ਕਰਨਗੇ ਮੀਟਿੰਗਾਂ। ਅੱਜ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਜ਼ਿਲ੍ਹੇ ਦੀ ਬੈਠਕ। ਵੱਡਾ ਸਵਾਲ ਕਿ ਚੰਨੀ ਖੇਮੇ ਦੀ ਨਾਰਾਜ਼ਗੀ ਹੋਵੇਗੀ ਦੂਰ। ਬਘੇਲ ਦੀ ਪੰਜਾਬ ਫੇਰੀ ਵਿਚਾਲੇ ਚਰਨਜੀਤ ਚੰਨੀ ਦੇ ਪੋਸਟਾਂ ਤੋਂ ਹਾਈ ਕਮਾਨ ਗਾਇਬ। ਫੇਸਬੁੱਕ ਪੇਜ ਤੋਂ ਸ਼ੇਅਰ ਪੋਸਟਾਂ 'ਚ ਨਾ ਕੋਈ ਸੀਨੀਅਰ ਲੀਡਰ ਨਾ ਹੀ ਕਾਂਗਰਸ ਦਾ ਪੰਜਾ। ਜਥੇਦਾਰ ਦੇ ਬਿਆਨ ਤੇ ਆਮ ਆਦਮੀ ਪਾਰਟੀ ਦਾ ਜਵਾਬ। ਕਿਹਾ ਡਰਾਫਟ 'ਚ ਸਾਰੇ ਖਦਸ਼ੇ ਦੂਰ ਕਰਨ ਦੀ ਕੀਤੀ ਕੋਸ਼ਿਸ਼। ਕਸਟੋਡੀਅਨ ਦੀ ਬਿਨਾਂ ਜਾਂਚ ਤੋਂ ਨਹੀਂ ਹੋਵੇਗੀ ਗ੍ਰਿਫਤਾਰੀ। ਫਰੀਦਕੋਟ 'ਚ ਜਥੇਦਾਰ ਨੇ ਆਪ ਵਿਧਾਇਕ ਗੁਰਦੀਪ ਸੇਖੋਂ ਨੂੰ ਰੋਕ ਕੇ ਕੀਤੀ ਤਾਕੀਦ। ਕਿਹਾ ਸਰਕਾਰ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਕਰੇ ਬੰਦ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਰਕਾਰ ਦੀ ਹੋਵੇ ਪਹਿਲ। ਚੰਡੀਗੜ੍ਹ ਪੁਲਿਸ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਵੱਡਾ ਇਲਜ਼ਾਮ। ਕਿਹਾ ਮ੍ਰਿਤਕ ਵਿਅਕਤੀ ਦਾ ਨਾਂ FIR 'ਚ ਕੀਤਾ ਸ਼ਾਮਲ। ਕਰੀਬ 2 ਸਾਲ ਪਹਿਲਾਂ ਹੋ ਚੁੱਕੀ ਹੈ ਅਜਾਇਬ ਸਿੰਘ ਦੀ ਮੌਤ। ਪਟਿਆਲਾ ਦੌਰੇ ਤੇ CM ਨਾਇਬ ਸੈਣੀ। ਸਨੌਰ 'ਚ ਲੋਕਾਂ ਨੂੰ ਕਰਨਗੇ ਸੰਬੋਧਨ। ਸਵੇਰੇ 11 ਵਜੇ ਪਹੁੰਚਣਗੇ ਸਨੌਰ। ਸ਼ਹੀਦੀ ਦਿਹਾੜੇ ਮੌਕੇ ਅੱਜ ਊਧਮ ਸਿੰਘ ਨੂੰ ਯਾਦ ਕਰ ਰਿਹਾ ਪੂਰਾ ਦੇਸ਼। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸ਼ਰਧਾਂਜਲੀ। ਸ਼ਹੀਦ ਊਧਮ ਸਿੰਘ ਦੀ ਯਾਦਗਾਰ ਤੇ ਵੀ ਸ਼ਰਧਾ ਦੇ ਫੁੱਲ ਕਰਨਗੇ ਭੇਟ। इस न्यूज हेडलाइंस के प्रायोजक पतंजलि गाय का घी, माँ का भरोसा, प्यार से परोसा। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਬਾਜ ਸਿੰਘ ਪੰਨੂ ਲੈ ਕੇ ਹਾਜ਼ਰ ਹਾਂ ਤੜਕਸਾਰ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦਿਆਂ ਐਂਟੀ ਪੇਪਰ ਲੀਕ ਬਿੱਲ ਤੋਂ। ਸਿੱਧੇ ਤੌਰ ਤੇ ਐਂਟੀ ਪੇਪਰ ਲੀਕ ਬਿੱਲ ਰਾਜ ਸਭਾ 'ਚ ਵੀ ਪਾਸ ਕਰ ਦਿੱਤਾ ਗਿਆ। ਤਾਂ ਵਿਰੋਧੀ ਧਿਰ ਦੇ ਹੰਗਾਮੇ ਤੇ ਵਾਕਆਊਟ ਵਿਚਾਲੇ ਇਸ ਨੂੰ ਦੇਰ ਰਾਤ ਪਾਸ ਕਰ ਦਿੱਤਾ ਗਿਆ। ਲੋਕ ਸਭਾ 'ਚ ਦੱਸ ਦਈਏ ਕਿ ਇਸ ਨੂੰ ਪਰਸੋਂ ਹੀ ਪਾਸ ਕੀਤਾ ਗਿਆ ਸੀ। ਹੁਣ ਦੋਹਾਂ ਸਦਨਾਂ 'ਚ ਐਂਟੀ ਪੇਪਰ ਲੀਕ ਬਿੱਲ ਪਾਸ ਹੋ ਚੁੱਕਿਆ। ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣੇਗਾ। ਇਸ ਨੂੰ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਮਨਜ਼ੂਰੀ ਮਿਲਦੇ ਹੀ ਕਾਨੂੰਨ ਬਣ ਜਾਵੇਗਾ। ਤਾਂ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ 'ਚ ਇਸ ਬਿੱਲ ਨੂੰ ਪੇਸ਼ ਕੀਤਾ। ਤਾਂ ਸਿੱਧੇ ਤੌਰ ਤੇ ਜਨਤਕ ਪ੍ਰੀਖਿਆਵਾਂ ਸੋਧ ਬਿੱਲ 2026 ਪੇਪਰ ਲੀਕ ਦੇ ਦੋਸ਼ੀਆਂ ਲਈ ਇੱਕ ਸਖਤ ਸਜ਼ਾ ਦੀ ਵਿਵਸਥਾ ਜੋ ਹੈ ਰੱਖੀ ਗਈ ਹੈ। ਬਿੱਲ ਵਿੱਚ ਜਨਤਕ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਕਰਨ ਵਾਲਿਆਂ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਤੇ 50 ਲੱਖ ਦੇ ਜੁਰਮਾਨੇ ਦੀ ਵਿਵਸਥਾ ਵੀ ਰੱਖੀ ਗਈ ਹੈ। ਸਿੱਧੇ ਤੌਰ ਤੇ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਜੋ ਪੇਪਰ ਲੀਕ ਦਾ ਮਾਮਲਾ ਹੈ ਕਾਫੀ ਚਰਚਾਵਾਂ 'ਚ ਰਿਹਾ, ਜਿਸ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਜੰਤਰ ਮੰਤਰ ਤੇ ਵੇਖਣ ਨੂੰ ਮਿਲਿਆ। ਤਾਂ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਸਨ, ਜਿਸ ਨੂੰ ਲੈ ਕੇ ਜਨਤਕ ਪ੍ਰੀਖਿਆਵਾਂ ਸੋਧ ਬਿੱਲ 2026 ਨੂੰ ਪੇਸ਼ ਕੀਤਾ ਗਿਆ ਤੇ ਇਸ ਦੇ ਵਿੱਚ ਐਂਟੀ ਪੇਪਰ ਲੀਕ ਬਿੱਲ ਫਿਲਹਾਲ ਦੋਹਾਂ ਸਦਨਾਂ 'ਚ ਪਾਸ ਹੋ ਚੁੱਕਿਆ ਹੈ। ਇੱਕ ਲੰਬੀ ਚੌੜੀ ਦੱਸ ਦਈਏ ਕਿ ਚਰਚਾ ਤੋਂ ਬਾਅਦ, ਬਹਿਸ ਤੋਂ ਬਾਅਦ ਇਸ ਨੂੰ ਪਾਸ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੇ ਜੋ ਹੈ ਪ੍ਰਾਵਧਾਨ ਰੱਖੇ ਗਏ ਨੇ ਕਿ ਜਿਸ ਦੇ ਵਿੱਚ ਫਾਸਟ ਟਰੈਕ ਸੁਣਵਾਈ ਹੋਵੇਗੀ। ਇਸ ਤੋਂ ਇਲਾਵਾ 50 ਲੱਖ ਰੁਪਏ ਦਾ ਜੁਰਮਾਨਾ, 10 ਸਾਲ ਤੱਕ ਦੀ ਕੈਦ। ਸੰਗਠਿਤ ਅਪਰਾਧਾਂ ਦੀ ਗੱਲ ਕਰੀਏ ਤਾਂ ਬਿੱਲ ਵਿੱਚ ਘੱਟੋ ਘੱਟ 7 ਸਾਲ ਦੀ ਕੈਦ ਤੇ 10 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। ਬਿੱਲ ਕੇਂਦਰ ਸਰਕਾਰ ਨੂੰ ਪੇਪਰ ਲੀਕ ਅਤੇ ਪ੍ਰੀਖਿਆ ਨਾਲ ਜੁੜੇ ਸੰਬੰਧਿਤ ਅਪਰਾਧਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਗਠਨ ਕਰਨ ਦਾ ਅਧਿਕਾਰ ਵੀ ਦਿੰਦਾ ਹੈ ਤੇ ਇੱਕ ਨਵੀਂ ਧਾਰਾ 12A ਦਾ ਪ੍ਰਸਤਾਵ ਰੱਖਦਾ ਹੈ, ਜਿਸ ਦੇ ਵਿੱਚ ਇਹ ਪੂਰੇ ਪ੍ਰਸਤਾਵ ਰੱਖੇ ਗਏ ਨੇ ਕਿ ਕਿਸ ਤਰ੍ਹਾਂ ਇਹਨਾਂ ਦੀ ਜਾਂਚ ਹੋਵੇਗੀ ਜੇ ਪੇਪਰ ਲੀਕ ਹੁੰਦਾ ਹੈ। ਇਸ ਨੂੰ ਲੈ ਕੇ ਪੇਪਰ ਲੀਕ ਬਿੱਲ ਫਿਲਹਾਲ ਦੋਹਾਂ ਸਦਨਾਂ 'ਚ ਪਾਸ ਕਰ ਦਿੱਤਾ ਗਿਆ। बिल पास हुआ है, कांग्रेस का दिल उदास हुआ है क्योंकि कांग्रेस ने बहिष्कार किया है। और बहिष्कार करने का कारण क्या हो सकता है? तो बच्चों के जीवन के एक उनका उल्लास भरने के लिए, उनमें विश्वास भरने के लिए बिल था, अपराधियों के खिलाफ था। लेकिन कांग्रेस ने राज्यसभा में भी बहिष्कार किया, लेकिन कांग्रेस के सहयोगी उसके साथ नहीं गए। यानी आप जो माफिया है, जो पेपर लीक करने वाले हैं, उनके खिलाफ एक पास हो रहा हो प्रस्ताव और कांग्रेस बहिष्कार कर दे, इसके मतलब उसको दुख है कि इन माफियाओं के खिलाफ, इन पेपर लीक करने वालों के खिलाफ प्रस्ताव क्यों पारित हो। मैं समझता हूं कांग्रेस अपनी नीतियों के कारण बिखर चुकी है। सभा ने भी पब्लिक एग्जामिनेशन प्रिवेंशन ऑफ अनफेयर मींस बिल को पूरी सम्मति से पास कर दिया है। लोकसभा उसको कल ही पहले कर चुकी है, तो मतलब दोनों सदनों की इसको अनुमति मिल गई है। अब राष्ट्रपति जी के पास ये उनके कंसेंट के लिए जाएगा। इस बिल में जो प्रावधान किए गए हैं वो इस तरीके के हैं
कि जो लोग, जो माफिया, जो गैंग, जो ऑर्गेनाइज सेक्टर इस तरीके का क्राइम करता है, चीटिंग करता है, पेपर्स को लीक करता है, उनको कड़ी से कड़ी सजा मिलेगी। जो पहले 5 साल थी वो 10 साल होगी, जो जुर्माना 1 करोड़ था 10 करोड़ हो गया। और इसके साथ साथ जो ये केस है ये स्पेशल एजेंसीज भारत सरकार की इन्वेस्टिगेट करेगी और 3 महीना के अंदर अपनी रिपोर्ट देगी। और 3 महीने की इन्वेस्टिगेशन जो कंप्लीट होती है उसके बाद कोर्ट में जाएगा और स्पेशल कोर्ट होगी जो कि सेशन कोर्ट होगी और वो 3 महीने के अंदर अपना फैसला देगी। मतलब कि 6 महीने के अंदर ही इसके बारे में निर्णय हो जाएगा कि इसने बच्चों से धोखा किया है। और यदि इसकी अपील भी करनी है वो भी हाई कोर्ट के डबल बेंच पर जाएगी। मतलब इसको हर तरीके से फुल प्रूफ बना दिया गया है ताकि कोई भी दोषी, कोई भी माफिया बच ना सके और इतनी डेटरेंस हो जाए कि कोई भी बच्चों का भविष्य खराब करने के बारे में सोच ना पाए। ਤਾਂ ਐਂਟੀ ਪੇਪਰ ਲੀਕ ਬਿੱਲ ਪਾਸ ਹੋਣ ਤੇ ਪੀਐਮ ਮੋਦੀ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਐਂਟੀ ਪੇਪਰ ਲੀਕ ਬਿੱਲ ਦੋਹਾਂ ਸਦਨਾਂ 'ਚ ਪਾਸ ਹੋ ਗਿਆ ਹੈ। ਕਈ ਦਹਾਕਿਆਂ ਤੋਂ ਸੂਬੇ ਤੇ ਕੇਂਦਰ ਪੇਪਰ ਲੀਕ ਦੀ ਸਮੱਸਿਆ ਤੋਂ ਪਰੇਸ਼ਾਨ ਸਨ। ਬੱਚਿਆਂ ਦੇ ਭਵਿੱਖ ਦੇ ਨਾਲ ਇਸ ਤੇ ਖਤਰਾ ਹੁੰਦਾ ਸੀ। ਪੇਪਰ ਲੀਕ ਮਾਫੀਆ ਹੁਣ ਬਖਸ਼ੇ ਨਹੀਂ ਜਾਣਗੇ। ਪੇਪਰ ਲੀਕ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ। ਦੋਹਾਂ ਸਦਨਾਂ 'ਚ ਵਿਸਥਾਰ ਨਾਲ ਬਿੱਲ ਤੇ ਚਰਚਾ ਹੋਈ ਹੈ ਜਿਸ ਤੋਂ ਬਾਅਦ ਇਹ ਪਾਸ ਹੋ ਗਿਆ। ਪੀਐਮ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਸੂਬਿਆਂ ਤੋਂ ਵੀ ਇਸ ਬਾਰੇ ਸੁਝਾਅ ਲਏ ਗਏ ਸਨ। ਤਾਂ ਪੀਐਮ ਮੋਦੀ ਵੱਲੋਂ ਦੇਰ ਰਾਤ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਮੌਕੇ ਐਂਟੀ ਪੇਪਰ ਲੀਕ ਬਿੱਲ ਪਾਸ ਹੋਣ ਤੇ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਪੇਪਰ ਲੀਕ ਮਾਫੀਆ ਹੈ ਹੁਣ ਬਖਸ਼ੇ ਨਹੀਂ ਜਾਣਗੇ। ਬੱਚਿਆਂ ਦੇ ਭਵਿੱਖ ਨਾਲ ਜੋ ਖਿਲਵਾੜ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ। विश्वस्त परीक्षा पद्धति, इसके लिए हम लगातार एक के बाद एक कदम उठा रहे हैं। टास्क फोर्स की रचना हो, फास्ट ट्रैक की और रचना हो, राज्यों के सुझावों को ध्यान में लेना हो, क्योंकि पिछले कई दशकों से हर राज्य और केंद्र सरकार इस प्रकार की पेपर लीक की परेशानी झेल रहा है। बच्चों के भविष्य को भी इसके कारण संकट पैदा हो रहा है। इन सब को ध्यान में रखते हुए देशव्यापी सभी राज्यों में भी और केंद्र में भी शिक्षा पद्धति में सुधार अनिवार्य हो गया है। टेक्नोलॉजी के भरपूर उपयोग की आवश्यकता हो गई है और साथ साथ फिर से कोई पेपर माफिया, पेपर लीक करने वाली गैंग, देश के बच्चों के भविष्य के साथ खिलवाड़ करने वाली गैंग, उनको बख्शा नहीं जाएगा। इसलिए कठोर कानूनों की भी जरूरत है। हम संसद में बिल लेकर के गए थे और जैसा मैंने आपको वादा किया था, गत 2 दिन संसद के दोनों सदनों ने, अधिकतम माननीय सांसदों ने विस्तार पूर्वक उससे चर्चा की है और आज दोनों सदनों ने इस कठोर कानूनों वाले, प्रावधानों वाले इस बिल को पास कर दिया है। अब विश्वस्त परीक्षा पद्धति की दिशा में जाने में एक महत्वपूर्ण काम पूर्ण हुआ है। काम आगे भी चलता रहेगा। हम ऐसी परिस्थितियों को लंबे समय तक नहीं चलने देंगे। इस विश्वास के साथ साथियों, आइए हम सब मिलकर के विकसित भारत के स्वप्न को पूर्ण करने के लिए कंधे से कंधा मिलाकर के चले। बहुत बहुत धन्यवाद। ਤਾਂ ਅੱਗੇ ਗੱਲ ਕਰਦੇ ਹਾਂ ਕਾਮਨਵੈਲਥ ਖੇਡਾਂ ਦੀ। ਗਲਾਸਗੋ 'ਚ ਕਾਮਨਵੈਲਥ ਖੇਡਾਂ ਲਗਾਤਾਰ ਜਾਰੀ ਨੇ ਤੇ ਇਸ 'ਚ ਭਾਰਤ ਵੱਲੋਂ ਲਗਾਤਾਰ ਮੈਡਲ ਜਿੱਤੇ ਜਾ ਰਹੇ ਨੇ। ਭਾਰਤ ਦੇ ਨਾਮ ਇੱਕ ਹੋਰ ਮੈਡਲ ਆਇਆ। ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਤਾਂ 110 ਤੋਂ ਵੱਧ ਕਿਲੋ ਭਾਰ ਵਰਗ 'ਚ ਉਸ ਵੱਲੋਂ 388 ਕਿਲੋਗ੍ਰਾਮ ਭਾਰ ਚੁੱਕਿਆ ਗਿਆ ਹੈ। ਗੋਲਡ ਮਿਸ ਹੋਣ ਤੋਂ ਬਾਅਦ ਹਾਲਾਂਕਿ ਦੁੱਖ ਹੋਇਆ, ਲਵਪ੍ਰੀਤ ਸਿੰਘ ਦਾ ਇਹ ਕਹਿਣਾ ਹੈ। ਤਾਂ ਸਿੱਧੇ ਤੌਰ ਤੇ ਆਮ ਪਰਿਵਾਰ ਦੇ ਨਾਲ ਲਵਪ੍ਰੀਤ ਸਿੰਘ ਸੰਬੰਧਿਤ ਹੈ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਤਾਂ ਸਿਲਵਰ ਮੈਡਲ ਉਸ ਵੱਲੋਂ ਜਿੱਤਿਆ ਗਿਆ। ਹਾਲਾਂਕਿ ਗੋਲਡ ਮੈਡਲ ਮਿਸ ਹੋਣ ਤੇ ਉਸ ਵੱਲੋਂ ਕਿਤੇ ਨਾ ਕਿਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਲਵਪ੍ਰੀਤ ਸਿੰਘ ਦੇ ਪਿਤਾ ਦਰਜੀ ਦਾ ਕੰਮ ਕਰਦੇ ਨੇ। ਦੱਸਦੇ ਕਿ ਲਵਪ੍ਰੀਤ ਖੇਤਾਂ ਵਿੱਚ ਮਿਹਨਤ ਕਰਦਾ ਸੀ, ਆਪਣੇ ਦਾਦਾ ਜੀ ਨਾਲ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਦੀ ਮਦਦ ਕਰਦਾ ਸੀ। ਪਰ ਪੰਜਾਬ ਦੇ ਇੱਕ ਪਿੰਡ ਦਾ ਇਹ ਮੁੰਡਾ ਕਿਵੇਂ ਵੀ ਮੁਸੀਬਤਾਂ ਅੱਗੇ ਝੁਕਿਆ ਨਹੀਂ। ਉਸ ਦੀ ਸਖਤ ਮਿਹਨਤ ਤੇ ਜਨੂੰਨ ਉਸ ਨੂੰ ਅਜਿਹੇ ਪਲੇਟਫਾਰਮ ਤੇ ਲੈ ਕੇ ਗਈ ਜਿੱਥੇ ਉਸਨੇ ਪੂਰੀ ਦੁਨੀਆ ਨੂੰ ਆਪਣੀ ਤਾਕਤ ਦਿਖਾਈ ਹੈ ਤੇ ਸਿੱਧੇ ਤੌਰ ਤੇ ਭਾਰਤ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਿਲਵਰ ਮੈਡਲ ਉਸ ਵੱਲੋਂ ਜਿੱਤਿਆ ਗਿਆ। ਅੰਮ੍ਰਿਤਸਰ ਦੇ
ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੋ ਲਵਪ੍ਰੀਤ ਸਿੰਘ ਹੈ ਤੇ 110 ਕਿਲੋ ਭਾਰ ਵਰਗ 'ਚ ਉਸ ਵੱਲੋਂ 388 ਕਿਲੋਗ੍ਰਾਮ ਭਾਰ ਚੁੱਕਿਆ ਗਿਆ ਤੇ ਸਿਲਵਰ ਮੈਡਲ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਗਿਆ। ਤਾਂ ਸਿੱਧੇ ਤੌਰ ਤੇ ਪੰਜਾਬ ਲਈ ਭਾਰਤ ਲਈ ਇੱਕ ਬੇਹੱਦ ਮਾਣ ਵਾਲੀ ਗੱਲ ਹੈ। ਕਾਮਨਵੈਲਥ ਖੇਡਾਂ 'ਚ ਲਗਾਤਾਰ ਜੋ ਹੈ ਮੈਡਲ ਜਿੱਤੇ ਜਾ ਰਹੇ ਨੇ ਤੇ ਲਵਪ੍ਰੀਤ ਸਿੰਘ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਦੇਸ਼ ਦਾ ਨਾਮ ਜੋ ਹੈ ਰੌਸ਼ਨ ਕੀਤਾ। ਹਾਂਜੀ ਸਰ, ਜਿੱਦਾਂ ਹੀ 골ਡ ਮਿਸ ਹੋਇਆ ਜੀ ਆਪਣਾ ਬੰਦੇ ਨੂੰ ਹੁੰਦਾ ਤਾਂ ਹੈਗਾ ਜੀ ਆਪਣਾ 골ਡ ਮਿਸ ਹੋ ਗਿਆ, ਦੁੱਖ ਤਾਂ ਹੁੰਦਾ ਹੀ ਹੈ ਜੀ। ਚਲੋ ਹੁਣ ਨਾ ਆਉਣ वाले कंपटीशन तो बढ़िया कराएंगे जी एशियन गेम्स तो जी। लेकिन पूरा जोश खरोश अंदर था, भारत माता की जय के नारे लग रहे तो जोश बढ़ रहा था उस टाइम में, सिर्फ एक मिस हो गया तो जोश तो बढ़ता ही है जिदा स्नैच अपनी तीनों लिफ्ट पास हुई जी, क्लिंजर की होनी चाहिए। चलो जो बाकी 217 मिस हुई जी, लग जाती तो गोल्ड तो बाकी चलो जो तो बॉलीवुड में मशहूर डाले एक छोटी सिंदूर की कीमत तुम क्या जाना, वो 1 किलो की कीमत बोल पाओगे? हाँ जी हाँ जी हाँ जी हाँ जी 1 किलो की कीमत सही, आधा किलो की कीमत भी बहुत है जी इतने। हाँ जी हाँ जी, आधा किलो बढ़ गया तो बंदे नैक्सट लिफ्ट से तुहानूं पता ही जोर लाना उन्ना ही, आधा किलो तो उन्ना लाना पैना, 2 किलो तो भी 10 किलो तो उन्ना लाना पैना। मेडल किसको डेडिकेट करना चाहते हैं? मेडल सर मैं अपने कोच साहब श्री विजय शर्मा जी का बहुत बहुत धन्यवाद करना चाहूँगा। इंडियन वेट लिफ्टिंग फेडरेशन सहदेव सर का बहुत बहुत धन्यवाद, अपनी इंडियन गवर्नमेंट और मेरा जिदा जी अपने इंडियन नेवी के कैप्टन विजय कुमार जी उन्होंने बहुत बहुत धन्यवाद, उन्होंने बहुत सपोर्ट रहा जी सारे का जी, मैं उन्होंने बहुत बहुत धन्यवाद। ਅੱਗੇ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ, ਕਿਉਂਕਿ ਲਗਾਤਾਰ ਪਿਛਲੇ ਦਿਨਾਂ 'ਚ ਜੋ ਸਿਨੈਰੀਓ ਬਣਦੇ ਹੋਏ ਨਜ਼ਰ ਆਏ, ਲਗਾਤਾਰ ਮੀਟਿੰਗਾਂ ਹੋਈਆਂ, ਮੈਰਾਥਨ ਮੀਟਿੰਗਾਂ ਹੋਈਆਂ, ਤਾਂ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਲਗਾਤਾਰ ਚਰਚਾ ਦੇ ਵਿੱਚ ਰਹੀ ਹੈ ਤੇ ਹੁਣ ਦੁਬਾਰਾ ਅੱਜ ਤੋਂ ਮੁੜ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਦੌਰੇ ਤੇ ਰਹਿਣਗੇ ਭੁਪੇਸ਼ ਬਘੇਲ। ਤਾਂ ਪੰਜਾਬ ਕਾਂਗਰਸ ਇੰਚਾਰਜ ਨੇ ਬਘੇਲ ਜੋ ਕਿ ਦੁਬਾਰਾ ਚੰਡੀਗੜ੍ਹ ਪਹੁੰਚੇ ਹੋਏ ਨੇ। ਤਾਂ ਕੱਲ ਚੰਡੀਗੜ੍ਹ ਪਹੁੰਚਣ ਤੇ ਰਾਜਾ ਵੜਿੰਗ ਨੇ ਉਹਨਾਂ ਦਾ ਸਵਾਗਤ ਕੀਤਾ ਸੀ। 10 ਦਿਨਾਂ ਤੱਕ ਪੰਜਾਬ 'ਚ ਬਘੇਲ ਰਹਿਣਗੇ, ਸਾਰੇ ਜ਼ਿਲ੍ਹਿਆਂ 'ਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ 27 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਨੇ, ਨਵੰਬਰ ਦਸੰਬਰ 'ਚ ਚੋਣਾਂ ਹੋ ਸਕਦੀਆਂ ਨੇ। ਇਸ ਗੱਲ ਦਾ ਜ਼ਿਕਰ ਭੁਪੇਸ਼ ਬਘੇਲ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਸੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਤਾਂ ਭੁਪੇਸ਼ ਬਘੇਲ ਦੀ ਮੀਟਿੰਗ ਲਈ ਲਿਸਟ ਜਾਰੀ ਕਰ ਦਿੱਤੀ ਗਈ। ਮੀਟਿੰਗਾਂ 'ਚ ਸ਼ਾਮਲ ਹੋਣ ਵਾਲੇ ਅਹੁਦੇਦਾਰਾਂ ਦੀ ਲਿਸਟ ਜਾਰੀ ਹੋ ਚੁੱਕੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰ ਮੀਟਿੰਗਾਂ 'ਚ ਸ਼ਾਮਲ ਹੋਣਗੇ, ਬਲਾਕ ਕਾਂਗਰਸ ਕਮੇਟੀ ਦੇ ਅਹੁਦੇਦਾਰ ਹਾਜ਼ਰ ਹੋਣਗੇ, ਮੰਡਲ ਪ੍ਰਧਾਨ BLA ਵੀ ਇਸ ਮੀਟਿੰਗ ਦਾ ਹਿੱਸਾ ਬਣ ਕੇ ਜ਼ਿਲ੍ਹੇ ਨਾਲ ਜੁੜੇ ਹੋਏ MPs MLAs ਸਾਬਕਾ MLAs MPs ਸਾਬਕਾ ਜੋ ਹੈ ਉਹ ਵੀ ਮੌਜੂਦ ਰਹਿਣਗੇ। ਤਾਂ 2022 ਦੀਆਂ ਚੋਣਾਂ 'ਚ ਲੜਨ ਵਾਲੇ ਉਮੀਦਵਾਰ ਵੀ ਇਹਨਾਂ ਮੀਟਿੰਗਾਂ 'ਚ ਸ਼ਾਮਲ ਰਹਿਣਗੇ। ਤਾਂ ਸਿੱਧੇ ਤੌਰ ਤੇ ਇਹ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਰਹੇਗਾ। ਨਗਰ ਕੌਂਸਲ, ਨਗਰ ਨਿਗਮ ਕੌਂਸਲ ਦੇ, ਬਲਾਕ ਸੰਮਤੀਆਂ ਦੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਮੀਟਿੰਗਾਂ 'ਚ ਸ਼ਾਮਲ ਹੋਣਗੇ। ਤਾਂ ਸਿੱਧੇ ਤੌਰ ਤੇ ਭੁਪੇਸ਼ ਬਘੇਲ 10 ਦਿਨਾਂ ਦੇ ਦੌਰੇ ਤੇ ਪੰਜਾਬ ਪਹੁੰਚ ਚੁੱਕੇ ਨੇ ਤੇ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਦੇ ਵਿੱਚ ਸਾਰੇ ਅਹੁਦੇਦਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸਿੱਧੇ ਤੌਰ ਤੇ ਫੋਕਸ ਕੀਤਾ ਜਾ ਰਿਹਾ ਹੈ, ਇਹ ਕਿਹਾ ਜਾ ਰਿਹਾ ਹੈ ਕਿ ਜੋ ਚੋਣਾਂ ਨੇ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ, ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਆਪਣੀ ਤਿਆਰੀ ਕਰ ਰਹੀ ਹੈ। ਇਸ ਗੱਲ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਤੇ ਇਹਨਾਂ ਹੀ ਚੋਣਾਂ ਨੂੰ ਲੈ ਕੇ ਕਿ ਇਸ ਤਿਆਰੀ ਨੂੰ ਲੈ ਕੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ। ਤਾਂ ਕੱਲ ਚੰਡੀਗੜ੍ਹ ਪਹੁੰਚ ਚੁੱਕੇ ਨੇ ਪੰਜਾਬ ਕਾਂਗਰਸ ਇੰਚਾਰਜ ਬਘੇਲ ਤੇ ਅੱਜ ਉਹਨਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਸਿੱਧੇ ਤੌਰ ਤੇ ਅਗਲੇ 9 ਦਿਨਾਂ ਤੱਕ ਹਰ ਰੋਜ਼ 2-2 ਜ਼ਿਲ੍ਹਿਆਂ ਵਿੱਚ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ 'ਚ ਸਾਰੇ ਅਹੁਦੇਦਾਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। क्योंकि अब चुनाव बहुत ज़्यादा दिन नहीं है, सुनने में ये भी आ रहा है कि समय से पहले चुनाव हो सकता है। जो फरवरी 2027 में चुनाव होना था का जो डेट है, लेकिन अभी जो सुनाई दे रहा है हो सकता है वो नवंबर दिसंबर में हो जाए चुनाव। तो अब यदि नवंबर दिसंबर में हो तो उसकी तैयारी हम लोगों को पहले से कर लेनी चाहिए। हम हर स्थिति में तैयार रहें, इसलिए ये यात्रा बहुत महत्वपूर्ण है। जी सभी जिलों हम लोग जाएंगे और अभी 31 तारीख से कार्यक्रम शुरू हो रहा है और डॉक्टर अमर सिंह जी के उसके ज़िले में उसकी शुरुआत होगी और उसके बाद लगातार 8 तारीख तक के जिला कांग्रेस कमेटी के विस्तारित बैठक होगी और चुनाव की तैयारी हमारी शुरू हो चुकी है। उसी संदर्भ में ये यात्रा है, क्योंकि अब चुनाव बहुत ज़्यादा दिन नहीं है। सुनने में ये भी आ रहा है कि समय से पहले चुनाव हो सकता है। जो फरवरी 2027 में चुनाव होना था का जो डेट है, लेकिन अभी जो सुनाई दे रहा है हो सकता है वो नवंबर दिसंबर में हो जाए चुनाव। तो अब यदि नवंबर दिसंबर में हो
तो उसकी तैयारी हम लोगों को पहले से कर लेनी चाहिए। हम हर स्थिति में तैयार रहें, इसलिए ये यात्रा बहुत महत्वपूर्ण है। और 16 ਜ਼ਿਲ੍ਹਿਆਂ ਦੇ ਵਿੱਚ डिस्ट्रिक्ट स्टैंडर्ड मीटिंग्स हो रही हैं। सो ਅਸੀਂ लगातार 8 दिन 16 स्टैंडर्ड डिस्ट्रिक्ट्स ਦੀ ਮੀਟਿੰਗ ਕਰਾਂਗੇ ਔਰ ਜਿਹੜੇ ब्लॉक प्रेसिडेंट, ब्लॉक कमेटीज़, जिला प्रधान, जिला कमेटीज़, मंडल प्रेसिडेंट, ये जिला परिषद मैंबर, ये सारे लोग ब्लॉक समिति मैंबर और साढ़े कौंसलर साहबान ये एक्टिव जिहड़े मैंबर ने जिले दे और कंटेस्टेड कैंडीडेट्स वो रहणगे इस मीटिंग दे विच और आने वाली चोणां नूं लैके इहदे ते डिस्कशन और तैयारी होएगी और चर्चा होएगी किस प्रकार असीं बूथ पे काम करना है। ਉਹਦੇ ਮੁਤਲਕ ਅੱਜ ਭੁਪੇਸ਼ ਬਘੇਲ ਜੀ ਆਏ ਨੇ। ਕੱਲ ਅਸੀਂ ਫਤਿਹਗੜ੍ਹ ਸਾਹਿਬ ਪਹਿਲਾਂ ਹੈ ਔਰ ਫਿਰ ਮੋਹਾਲੀ ਪੇਪਰ ਲੀਕ ਨੂੰ ਅੱਗੇ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਮੁੜ ਪੰਜਾਬ ਦੌਰੇ ਤੇ 9 ਦਿਨ ਪੰਜਾਬ 'ਚ ਰਹਿਣਗੇ। ਸਭ ਤੋਂ ਵੱਡੀ ਚੁਣੌਤੀ ਹੈ ਵੱਖ-ਵੱਖ ਧੜਿਆਂ 'ਚ ਵਿਚਰ ਰਹੇ ਲੀਡਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ। ਬਘੇਲ ਕਿੰਨੇ ਕਾਮਯਾਬ ਹੁੰਦੇ ਨੇ ਇਹ ਦੇਖਣਾ ਹੋਵੇਗਾ। ਪਰ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਉੱਠ ਰਹੀਆਂ ਆਵਾਜ਼ਾਂ 'ਚ ਨਵਾਂ ਨਾਮ ਜੁੜ ਗਿਆ। ਫਿਰੋਜ਼ਪੁਰ ਤੋਂ MP ਸ਼ੇਰ ਸਿੰਘ ਘੁਬਾਇਆ ਦਾ। ਸ਼ੇਰ ਸਿੰਘ ਘੁਬਾਇਆ ਨੇ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ। ਕਾਂਗਰਸ ਦੇ ਵਿੱਚ ਬਗਾਵਤ ਦੀ ਅੱਗ ਠੰਡੀ ਹੋਣ ਦੀ ਬਜਾਏ ਇਸ ਵਿੱਚ ਰੋਜ਼ ਨਵੀਂ ਚਿੰਗਾੜੀ ਫੁੱਟਦੀ ਹੈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਨਵੀਂ ਆਵਾਜ਼ ਉੱਠੀ ਹੈ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ। ਘੁਬਾਇਆ ਨੇ ਤਰਕ ਦਿੱਤਾ ਕਿ ਜਦੋਂ ਪਾਰਟੀ ਦੇ ਵੱਡੇ ਲੀਡਰ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰੀ ਨੇ ਅਤੇ ਵੜਿੰਗ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ। ਦੇਖੋ ਅਸੀਂ ਜਿਹੜੇ ਸਾਰੇ ਇੱਕ ਹੈ ਪਾਰਟੀ ਦੇ ਨਾਲ ਹੈ, ਪਰ ਚੰਨੀ ਜਾਂ ਰੰਧਾਵਾ ਸਾਹਿਬ ਜੋ ਇਹ ਗੱਲ ਕਹਿੰਦੇ ਹੈ ਕਿ ਰਾਜਾ ਵੜਿੰਗ ਨੂੰ ਜਨਤਾ ਜਿਹੜੀ ਹੈ ਉਹ ਪ੍ਰਧਾਨ ਨਹੀਂ ਮੰਨਦੀ ਤੇ ਰਾਜਾ ਉਹਨੂੰ ਆਪ ਦਾ ਐਨਾਲਿਸਿਸ ਕਰ ਲੈਣਾ ਚਾਹੀਦਾ, ਆਪਣੇ ਆਪ 'ਚ ਕਰ ਲੈਣਾ ਚਾਹੀਦਾ ਵੀ ਕੀ ਮੇਰੀ ਪੋਜੀਸ਼ਨ ਕੀ ਹੈ। ਸ਼ੇਰ ਸਿੰਘ ਘੁਬਾਇਆ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਸਵਾਲ ਖੜੇ ਕੀਤੇ ਤਾਂ ਵੜਿੰਗ ਦੇ ਖੇਮੇ ਨੇ ਘੁਬਾਇਆ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਪਰ ਮੈਂ ਘੁਬਾਇਆ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਪੰਜਾਬ ਦੀ ਆਵਾਜ਼ ਕਿਸ ਦਿਨ ਤੋਂ ਬਣ ਗਏ ਜੀ। ਉਹ ਕਿਸ ਬਿਨਾਂ ਦੇ ਉੱਤੇ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਰਾਜਾ ਵੜਿੰਗ ਨੂੰ ਨਹੀਂ ਚਾਹੁੰਦੇ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਘੁਬਾਇਆ ਸਾਹਿਬ ਤੇ ਜੀ। ਉਹ ਕਹਿੰਦੇ ਆ ਕਿ ਰਾਜਾ ਵੜਿੰਗ ਸਾਹਿਬ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ। ਜੇ ਇਹੀ ਗੱਲ ਮੈਂ ਆਖਾਂ ਕਿ ਘੁਬਾਇਆ ਸਾਹਿਬ ਨੂੰ ਵੀ ਕੋਈ ਨਹੀਂ ਚਾਹੁੰਦਾ ਪੰਜਾਬ ਦਾ, ਇਹ MP ਤੋਂ ਰਿਜ਼ਾਈਨ ਕਰ ਦੇਣ ਇਹ MP ਤੋਂ ਰਿਜ਼ਾਈਨ ਕਿਉਂ ਨਹੀਂ ਕਰਦੇ। ਇਸ ਜ਼ੁਬਾਨੀ ਜੰਗ ਦੇ ਵਿਚਾਲੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਨਸੀਹਤ ਦਿੰਦਿਆਂ ਕਿਹਾ ਕਿ ਕਿਸੇ ਨੂੰ ਨਾ ਤਾਂ ਲੋੜ ਤੋਂ ਵੱਧ ਨਿਰਾਸ਼ ਹੋਣ ਦੀ ਲੋੜ ਹੈ ਤੇ ਨਾ ਹੀ ਲੋੜ ਤੋਂ ਵੱਧ ਖੁਸ਼ ਹੋਣ ਦੀ। ਹਾਲੇ ਅੰਤਿਮ ਫੈਸਲਾ ਆਉਣਾ ਬਾਕੀ ਹੈ, ਇਸ ਲਈ ਕਿਸੇ ਵੀ ਨਤੀਜੇ ਤੇ ਪਹੁੰਚਣ ਦੀ ਬਜਾਏ ਸਭ ਨੂੰ ਅੰਤਿਮ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਗੱਲ ਇੱਥੇ ਖਤਮ ਨਹੀਂ ਹੁੰਦੀ। ਸੂਤਰਾਂ ਦੇ ਮੁਤਾਬਕ ਦਿੱਲੀ ਦੇ ਵਿੱਚ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਾਲੇ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਪ੍ਰਧਾਨਗੀ ਤੇ ਚਰਚਾ ਹੋਈ ਹੈ। ਸੂਤਰਾਂ ਮੁਤਾਬਕ ਵੜਿੰਗ ਨੇ ਕਿਹਾ ਕਿ ਮੈਂ ਅਸਤੀਫਾ ਦੇਣ ਦੇ ਲਈ ਤਿਆਰ ਹਾਂ, ਪਰ ਸਾਰੇ ਮੇਰੇ ਨਾਲ ਹਾਈ ਕਮਾਨ ਦੇ ਕੋਲ ਚੱਲੋ। ਚੰਨੀ ਨੇ ਕਿਹਾ ਕਿ ਮਾਮਲਾ ਵਿਅਕਤੀਗਤ ਨਹੀਂ ਹੈ, ਇਹ ਜਨਤਾ ਤੇ ਪਾਰਟੀ ਦੇ ਭਵਿੱਖ ਦੇ ਫੈਸਲੇ ਨਾਲ ਜੁੜਿਆ ਹੋਇਆ ਹੈ। ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਨੂੰ ਅਹੁਦਾ ਨਹੀਂ ਚਾਹੀਦਾ, 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਹਾਲਾਂਕਿ ਵੜਿੰਗ ਹਾਲੇ ਵੀ ਇਹ ਦਾਅਵਾ ਕਰ ਰਹੇ ਨੇ ਕਿ ਪਾਰਟੀ ਦੇ ਅੰਦਰ ਸਭ ਠੀਕ ਹੈ, ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ। ਚੈਨਲ ਤਾਂ ਇਹ ਵੀ ਚਲਾ ਲਿਆ ਕਿ ਰਾਜਾ ਵੜਿੰਗ ਨੇ ਰਿਜ਼ਾਈਨ ਦਿੱਤਾ ਹੈ। ਸੋ ਪ੍ਰਧਾਨ ਦੀ ਭੂਮਿਕਾ ਉਹੀ ਹੁੰਦੀ ਹੈ ਜਿਹੜੀ ਪ੍ਰਧਾਨ ਭੂਮਿਕਾ ਨਿਭਾਉਂਦਾ ਹੈ। ਹੁਣ ਭੂਮਿਕਾ ਡਿਫਾਈਨ ਥੋੜੀ ਕਰਨੀ ਪਊਗੀ ਵੀ ਭੂਮਿਕਾ ਮੇਰੀ ਕੀ ਹੋਊਗੀ। ਮੀਟਿੰਗਾਂ ਹੋਣਾ, ਸੰਵਾਦ ਹੋਣਾ, ਸਹਿਮਤੀ ਹੋਣਾ ਲੋਕਤੰਤਰ ਦੇ ਵਿੱਚ ਜ਼ਰੂਰੀ ਹੈ, ਪਰ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਨਤੀਜਾ ਕੀ ਨਿਕਲਦਾ ਹੈ। ਕਿ ਕਾਂਗਰਸ ਅੰਦਰ ਚੱਲ ਰਹੀਆਂ ਮੀਟਿੰਗਾਂ ਤੇ ਸਹਿਮਤੀ ਦਾ ਇਹ ਦੌਰ ਪਾਰਟੀ ਨੂੰ ਮਜ਼ਬੂਤੀ ਦੇ ਵੱਲ ਤੋਰੇਗਾ ਜਾਂ ਫਿਰ 2022 ਦੀ ਪਿਕਚਰ ਰਿਪੀਟ ਹੋਵੇਗੀ। ਇਸ ਦਾ ਨਿਤਾਰਾ ਆਉਣ ਵਾਲੇ ਸਮੇਂ ਦੇ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਦੇ ਨਾਲ ਹੋਵੇਗਾ। ਬਿਊਰੋ ਰਿਪੋਰਟ ਸਿਟੀ। ਤਾਂ ਉਧਰ ਦੂਜੇ ਪਾਸੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਚੰਨੀ ਦੇ ਪੋਸਟਰਾਂ ਤੋਂ ਹਾਈ ਕਮਾਂਡ ਦੇ ਚਿਹਰੇ ਗਾਇਬ ਨੇ। ਚੰਨੀ ਦੇ ਪੋਸਟਰਾਂ ਤੋਂ ਕਾਂਗਰਸ ਦਾ ਪੰਜਾ ਵੀ ਗਾਇਬ ਹੈ। ਤਾਂ ਪੋਸਟਰਾਂ ਜ਼ਰੀਏ ਚੰਨੀ ਕੀ ਸੁਨੇਹਾ ਦੇ ਰਹੇ ਨੇ, ਇਹ ਵੱਡਾ ਸਵਾਲ ਹੈ। ਚੰਨੀ ਦੇ ਫੇਸਬੁੱਕ ਪੇਜ ਤੋਂ ਇਹ ਪੋਸਟਰ ਸਾਂਝੇ ਕੀਤੇ ਗਏ ਜਿਨ੍ਹਾਂ ਵਿੱਚੋਂ ਕਾਂਗਰਸ ਦਾ ਪੰਜਾ ਵੀ ਗਾਇਬ ਹੈ, ਹਾਈ ਕਮਾਂਡ ਦੇ ਚਿਹਰੇ ਵੀ ਗਾਇਬ ਨੇ। ਤਾਂ ਵੜਿੰਗ ਦੇ ਪੋਸਟਰ 'ਚ ਕਾਂਗਰਸ ਦਾ ਪੰਜਾ ਹਾਲਾਂਕਿ ਨਜ਼ਰ ਆਇਆ। ਸਿੱਧੇ ਤੌਰ ਤੇ ਚਰਨਜੀਤ ਚੰਨੀ ਇੱਕ ਵੱਡਾ ਸਵਾਲ, ਕਿਉਂਕਿ ਲਗਾਤਾਰ ਜਦੋਂ ਤੋਂ ਪੰਜਾਬ ਕਾਂਗਰਸ ਦਾ ਕਲੇਸ਼ ਭਖਦਾ ਹੋਇਆ ਨਜ਼ਰ ਆਇਆ ਉਸ ਦੇ ਵਿੱਚ ਚਰਨਜੀਤ ਚੰਨੀ ਜੋ ਨੇ ਉਹ ਇੱਕ ਸੈਂਟਰ ਪੁਆਇੰਟ ਬਣੇ ਹੋਏ ਨੇ। ਤੇ ਹੁਣ ਜੋ ਨਵੇਂ ਪੋਸਟਰ ਸਾਹਮਣੇ ਆ ਰਹੇ ਨੇ ਉਸ ਦੇ ਵਿੱਚੋਂ ਹਾਈ ਕਮਾਂਡ ਦਾ ਚਿਹਰਾ ਗਾਇਬ ਹੈ, ਕਿਉਂਕਿ ਸਿੱਧੇ ਤੌਰ ਤੇ ਜੇ ਗੱਲ ਕਰੀਏ ਤਾਂ ਜਦੋਂ ਪਾਰਟੀ ਦੇ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਦਿੱਤੇ ਜਾਂਦੇ ਨੇ ਤਾਂ ਉਸ ਦੇ ਵਿੱਚ ਕਾਂਗਰਸ ਦਾ ਪੰਜਾ ਹੁੰਦਾ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਹਾਈ ਕਮਾਂਡ ਦੇ ਚਿਹਰੇ ਹੁੰਦੇ ਨੇ,
पर ये दोवें चीज़ां गायब ने। दस दिए कि पिछले दिनों जो फरीदकोट मीटिंग की गई, एक मीटिंग कहिए एक प्रदर्शन किया गया पेपर लीक के खिलाफ, तो उस दे विच भी हाई कमान के चेहरे जो है गायब नजर आए। तो सीधे तौर पर चन्नी की सुनेहा दे रहे हैं, ये वड्डा सवाल लगातार बनया हुआ है। तो देखना होगा, हालांकि बघेल पंजाब पहुंच चुके हैं, देखना होगा कि चरणजीत चन्नी उन्होंने नाल कोई मुलाकात करते हैं, उन्होंने नाल नज़र आते हैं, ये देखना बहुत अहम होगा सीधे तौर पर। पर हुण जो पोस्टर सामने आए हैं, उन्होंने एक नवी चर्चा जरूर छेड़ दी है। कांग्रेस तो अपनी धड़ेबंदी दी विच ही फसी हुई है। कांग्रेस ने किहड़ा मुद्दा चुकना, की गल करनी, वो तो कोई पंजाब के मसले की तो गल ही नहीं हो रही, पंजाब के इशू की तो कोई गल ही नहीं हो रही। गल की हो रही है कि प्रधान चन्नी साहब बन गए, प्रधान राजा वड़िंग बनेगा, प्रधान प्रताप बाजवा बन गए, सुखजिंदर रंधावा बनेगा, कौन बनेगा, विजेंद्र सिंगला बनेगा। प्रधानगियां दियां कुर्सियां दियां गल्लां हो रही हैं और कांग्रेस जिहड़ी है वो पूरी तरह इस जिहड़ी आपां कहदे ना चोणां तो पहलां वार्म अप होण दी जिहड़ी ये गलबात है, जिहड़ी ये लड़ाई है, इस दे विच ओह एक तरह दे पछड़दी नज़र आ रही है और कांग्रेस दे लई अपने पैरां ते आप कुहाड़ी मारन वाला ये हालात है। जिथे एक पासे राजा वड़िंग और चरणजीत सिंह चन्नी दे विचकार दूरियां विखाई दे रही ने, उत्थे ही ये दूरियां चरणजीत सिंह चन्नी होरां दियां हाई कमान दे नाल भी दिखाई दे रही ने। तुहानूं दस दईए कि फरीदकोट दे विच एक धरने दे विच जिथे चरणजीत चन्नी अपने साथी आगूआं ते वर्कर दे नाल शामिल होए सी, उसे ही दिन सैशन दे विच राहुल गांधी दा संबोधन सी, जिथे कि चन्नी नजर नहीं आए। इस तों इलावा चन्नी होरां दे वल्लों जिन्ने भी पोस्टर या बैनर शेयर किए जा रहे ने, उहदे विच ना तो पार्टी सिंबल है और ना ही जेडे पोस्टर्स ने उहदे विच हाई कमान दे किसी आगू दी फोटो है। यह की दर्शाउंदा है, यह तां सोचण वाली गल है, क्योंकि उहदे विच हाई कमान ही नहीं है तां चन्नी हुण किस दे सिपाही होणगे, ये देखण वाली गल होएगी। नाल ही नाल ये भी देखना जरूर होएगा कि जिस तरीके पंजाब कांग्रेस दे विच यह दूरियां राजा वड़िंग अते चरणजीत सिंह चन्नी होरां दे विचकार विखाई दे रही ने, कि ओह भरनगियां जां फिर इस दा लाहा कोई होर ले जाएगा। वीडियो जर्नलिस्ट वास्तिक दे नाल न्यूज़ 18 दे लई चंडीगढ़ तो हरसिमरन। पंजाब के सरकारी स्कूलों के विद्यार्थियों को इस साल JEE ते नीट वर्गियां ਪ੍ਰੀਖਿਆਵਾਂ ਵਿੱਚ शानदार प्रदर्शन करके नवा इतिहास रचिया। इस विचाले मनीष सिसोदिया ने सरकारी स्कूलों के प्रिंसीपलों नाल खास मुलाकात की है, सिक्ख्या को अगले पद्धर ते लिजाण लई मंथन भी किया गया। इस मौके उन्हां नाल सिक्ख्या मंत्री हरजोत बैंस भी मौजूद रहे। कुछ प्रिंसिपल्स के साथ में पंजाब के सरकारी स्कूलों के बच्चे नीट और JEE में कैसे जाने लगे, सरकार ने क्या किया, टीचर्स प्रिंसिपल्स ने क्या किया, इसके लिए आज हम और पंजाब के एजुकेशन मिनिस्टर हरजोत बैंस जी लंच टेबल पर बैठे हैं कुछ प्रिंसिपल्स के साथ में जिनके स्कूलों के बच्चे नीट और JEE में गए। हमारे लिए ये पहला एक्सपीरियंस था जब EM ने हमें बुलाया और एजुकेशन मिनिस्टर ने पूछा कि हाँ, ये बताओ आपके स्कूल में आपको क्या चाहिए, आप कैसे इंफ्रास्ट्रक्चर चाहते हो, आप कैसा सिस्टम चाहते हो। और उस सिस्टम को जब बना हमें लगता था कि हाँ कि यार ये होगा, बट यस इट्स रियली कम ट्रू। मैडम आप सिंगापुर गए थे? Yes, it was really marvelous when first time we are going outside our country for the seminar for the learning purpose। और जब आपके PM और CM आपको पूछते हैं हाँ जी मैडम जी की हाल चाल है, आज मैं सर ने आके